ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਾਮਾਗਾਟਾ ਮਾਰੂ ਘਟਨਾ ਦੇ ਬਾਰੇ ਵਿੱਚ ਟਰੂਡੋ ਦਾ ਟਵੀਟ, ਕਿਹਾ ਭਵਿੱਖ ਦੇ ਵਿੱਚ ਨਹੀਂ ਹੋਵੇਗੀ ਨਾ ਇਨਸਾਫੀ। ਕੈਨੇਡਾ ਦੇ ਵਿੱਚ ਕਦੋਂ ਆ ਸਕਦੇ ਹਨ ਯਾਤਰੀ? ਕੈਨੇਡਾ ਵੱਲੋਂ ਯਾਤਰੀਆਂ ਨੂੰ ਇਜਾਜ਼ਤ ਦੇ ਉੱਪਰ ਹੋ ਰਹੀ ਵਿਚਾਰ। ਨੋਵਾ ਸਕੋਸ਼ੀਆ ਦੇ ਘਰ ਦੇ ਵਿੱਚ ਹੋਈ ਪਾਰਟੀ, ਪੁਲਿਸ ਨੇ 20,000 ਤੋਂ ਵੱਧ ਦੇ ਲਗਾਏ ਜੁਰਮਾਨੇ। ਕੈਨੇਡਾ ਦੇ ਵਿੱਚ ਨਹੀਂ ਰੁਕ ਰਹੀ ਗੈਂਗ ਵਾਰ, ਲਗਾਤਾਰ ਹੋਏ 3 ਕਤਲ। ਸਰੀ 'ਚ ਵਿਅਕਤੀ ਤੇ ਚਾਕੂ ਨਾਲ ਹਮਲਾ, ਵਿਅਕਤੀ ਦੀ ਹਾਲਤ ਦੱਸੀ ਜਾ ਰਹੀ ਗੰਭੀਰ। ਕਾਮਾਗਾਟਾ ਮਾਰੂ ਘਟਨਾ ਦੀ 107ਵੀਂ ਵਰ੍ਹੇਗੰਢ ਦੇ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਾ ਇਨਸਾਫੀ ਦੀ ਘਟਨਾ ਭਵਿੱਖ ਦੇ ਵਿੱਚ ਕਦੇ ਵੀ ਨਹੀਂ ਹੋਵੇਗੀ। ਕਾਮਾਗਾਟਾ ਮਾਰੂ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਇੱਕ ਖਾਸ ਟਵੀਟ ਸਾਂਝਾ ਕੀਤਾ ਗਿਆ। ਕਾਮਾਗਾਟਾ ਮਾਰੂ ਦੀ 107ਵੀਂ ਵਰ੍ਹੇਗੰਢ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਇੱਕ ਟਵੀਟ ਸਾਂਝਾ ਕੀਤਾ ਗਿਆ। ਉਹਨਾਂ ਵੱਲੋਂ ਇਸ ਨੂੰ ਇਤਿਹਾਸ ਦਾ ਕਾਲਾ ਦੌਰ ਦੱਸਿਆ ਗਿਆ। ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਾਮਾਗਾਟਾ ਮਾਰੂ ਦੇ ਵਿਕਟਮਸ ਨੂੰ, ਜਾਣੀ ਕਿ ਪੀੜਤਾਂ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਨਾ ਇਨਸਾਫੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸਿਟੀ ਆਫ ਵੈਨਕੂਵਰ ਵੱਲੋਂ ਕਾਮਾਗਾਟਾ ਮਾਰੂ ਦੇ ਸੰਬੰਧ ਦੇ ਵਿੱਚ ਮੁਆਫੀ ਮੰਗੀ ਗਈ। ਸਿਟੀ ਆਫ ਵੈਨਕੂਵਰ ਵੱਲੋਂ ਕਿਹਾ ਗਿਆ ਕਿ ਕਾਮਾਗਾਟਾ ਮਾਰੂ ਦੀ ਘਟਨਾ ਦੇ ਵਿੱਚ ਸ਼ਹਿਰ ਦਾ ਰੋਲ, ਜਾਣੀ ਕਿ ਕਿਰਦਾਰ ਠੀਕ ਨਹੀਂ ਸੀ। 2016 ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਕਾਮਾਗਾਟਾ ਮਾਰੂ ਸੰਬੰਧੀ ਮੁਆਫੀ ਮੰਗੀ ਗਈ ਸੀ। ਕਾਮਾਗਾਟਾ ਮਾਰੂ ਇੱਕ ਜਾਪਾਨੀ ਸ਼ਿਪ ਸੀ ਜੋ ਮਈ 23 ਵੈਨਕੂਵਰ ਆਈ ਸੀ। ਇਸ ਦੇ ਵਿੱਚ 376 ਲੋਕ ਸਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬ ਦੇ ਸਿੱਖ ਸਨ। ਜਿਸ ਸਮੇਂ ਦੀ ਇਹ ਘਟਨਾ ਹੈ, ਉਸ ਸਮੇਂ ਕੈਨੇਡਾ ਦੇ ਵਿੱਚ ਰੇਸਿਜ਼ਮ ਇਮੀਗ੍ਰੇਸ਼ਨ ਪਾਲਿਸੀ ਸਨ, ਜਿਸ ਕਾਰਨ ਜ਼ਿਆਦਾਤਰ ਪੈਸੇਂਜਰਸ ਨੂੰ ਸ਼ਿਪ ਦੇ ਵਿੱਚੋਂ ਉਤਰਨ ਨਹੀਂ ਦਿੱਤਾ ਗਿਆ ਅਤੇ ਇਸ ਨੂੰ ਵਾਪਸ ਕਲਕੱਤਾ ਭੇਜ ਦਿੱਤਾ ਗਿਆ। ਜਦੋਂ ਇਹ ਜਹਾਜ਼ ਵਾਪਸ ਬਜ-ਬਜ ਘਾਟ ਦੇ ਉੱਪਰ ਪਹੁੰਚਿਆ ਤੇ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਕਾਮਾਗਾਟਾ ਮਾਰੂ ਦੀ ਇਸ ਘਟਨਾ ਦੀ ਵਰ੍ਹੇਗੰਢ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਸ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੀੜਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਨਾ ਇਨਸਾਫੀ ਨਹੀਂ ਹੋਵੇਗੀ। ਕੈਨੇਡਾ ਦੇ ਵਿੱਚ ਯਾਤਰੀ ਕਦੋਂ ਆ ਸਕਦੇ ਨੇ, ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਡਾਕਟਰ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ। ਜਾਣੀ ਕਿ ਸਰਕਾਰ ਇਸ ਚੀਜ਼ ਦੇ ਉੱਪਰ ਵਿਚਾਰ ਕਰ ਰਹੀ ਹੈ ਕਿ ਕੈਨੇਡਾ ਵੱਲੋਂ ਕਦੋਂ ਵੈਕਸੀਨੇਟਡ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਵੱਲੋਂ ਯਾਤਰੀਆਂ ਨੂੰ ਬੁਲਾਉਣ ਦੀ ਸ਼ੁਰੂਆਤ ਕਦੋਂ ਕੀਤੀ ਜਾਵੇਗੀ, ਇਸ ਦੇ ਬਾਰੇ ਵਿੱਚ ਬੇਹੱਦ ਖਾਸ ਜਾਣਕਾਰੀ ਸਾਹਮਣੇ ਆਈ ਹੈ। ਡਾਕਟਰ ਟੀਮ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਕੈਨੇਡਾ ਦੇ ਵਿੱਚ ਫੁੱਲੀ ਵੈਕਸੀਨੇਟਡ ਯਾਤਰੀ ਯਾਤਰਾ ਕਰ ਸਕਦੇ ਹਨ। ਹਾਊਸ ਆਫ ਕਾਮਨਸ ਹੈਲਥ ਕਮੇਟੀ ਵੱਲੋਂ ਹੈਲਥ ਕੈਨੇਡਾ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਇਹਨਾਂ ਸਭ ਦੇ ਨਾਲ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਪਰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ 14 ਮਹੀਨਿਆਂ ਦਾ ਲੰਬਾ ਸਮਾਂ ਹੋ ਗਿਆ ਹੈ ਜਦੋਂ ਦਾ ਕੈਨੇਡਾ ਅਮਰੀਕਾ ਬਾਰਡਰ ਬੰਦ ਪਿਆ ਹੈ। ਇਸ ਦੌਰਾਨ ਮੀਟਿੰਗ ਦੇ ਵਿੱਚ ਡਾਕਟਰ ਟੀਮ ਵੀ ਮੌਜੂਦ ਸੀ। ਡਾਕਟਰ ਟੀਮ ਦਾ ਕਹਿਣਾ ਹੈ ਕਿ ਇਸ ਸਭ ਦੇ ਵਾਸਤੇ, ਜਾਣੀ ਕਿ ਬਾਰਡਰ ਖੋਲ੍ਹਣ ਦੇ ਵਾਸਤੇ ਇਹ ਚੀਜ਼ ਧਿਆਨ ਵਿੱਚ ਰੱਖੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ, ਕੀ ਸਥਿਤੀ ਹੈ। ਕੈਨੇਡਾ ਵੱਲੋਂ ਇਸ ਚੀਜ਼ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ ਕਿ ਕਦੋਂ ਫੁੱਲੀ ਵੈਕਸੀਨੇਟਡ ਯਾਤਰੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਹੋ ਸਕਦਾ ਹੈ ਕਿ ਕੈਨੇਡਾ ਵੱਲੋਂ ਯਾਤਰੀਆਂ ਦੇ ਕੈਨੇਡਾ ਪਹੁੰਚਣ ਦੇ ਉੱਪਰ ਕਰੋਨਾ ਨੈਗੇਟਿਵ ਰਿਪੋਰਟ ਮੰਗਣੀ ਜਾਰੀ ਰੱਖੀ ਜਾਵੇ। ਕੈਨੇਡਾ ਵੱਲੋਂ ਮਾਰਚ 2020 ਤੋਂ ਹੀ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਕੈਨੇਡਾ ਵੱਲੋਂ ਇਹ ਫੈਸਲਾ ਲਿਆ ਗਿਆ। ਜਿਵੇਂ-ਜਿਵੇਂ ਕਰੋਨਾ ਦਾ ਪ੍ਰਭਾਵ ਵੱਧਦਾ ਗਿਆ, ਉਸੇ ਤਰ੍ਹਾਂ ਕੈਨੇਡਾ ਵੱਲੋਂ ਪਾਬੰਦੀਆਂ ਦੇ ਵਿੱਚ ਵੀ ਸਖਤੀ ਕੀਤੀ ਗਈ। ਮੌਜੂਦਾ ਸਮੇਂ ਕੈਨੇਡਾ ਆਉਣ ਵਾਲੇ ਯਾਤਰੀ ਨੂੰ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪੈਂਦੀ ਹੈ। ਇਸ ਦੇ ਨਾਲ ਹੀ 3 ਦਿਨਾਂ ਦੇ ਵਾਸਤੇ ਲਾਜ਼ਮੀ ਤੌਰ ਦੇ ਉੱਪਰ ਆਪਣੇ ਖਰਚੇ ਦੇ ਉੱਪਰ ਕੁਆਰੰਟੀਨ ਵੀ ਕਰਨਾ ਪੈਂਦਾ ਹੈ। ਪਿਛਲੇ ਸਾਲ ਟਰੈਵਲ 90% ਘੱਟ ਦਰਜ ਕੀਤਾ ਗਿਆ। 2019 ਦੌਰਾਨ ਕੈਨੇਡਾ ਦੇ ਵਿੱਚ 94 ਮਿਲੀਅਨ ਲੋਕ ਆਏ ਸਨ, ਪਰ ਉਧਰ ਪਿਛਲੇ ਸਾਲ ਕੈਨੇਡਾ ਦੇ ਵਿੱਚ 3.9 ਮਿਲੀਅਨ ਲੋਕ ਹੀ ਪਹੁੰਚੇ, ਜੋ ਕਿ ਹਵਾਈ ਯਾਤਰਾ ਕਰਕੇ ਕੈਨੇਡਾ ਦੇ ਵਿੱਚ ਲੈਂਡ ਹੋਏ। ਮੌਜੂਦਾ ਸਮੇਂ ਕੈਨੇਡਾ ਦੀ 50% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਗਿਆ ਹੈ। ਹੁਣ ਕੈਨੇਡਾ ਵੱਲੋਂ ਵੈਕਸੀਨੇਸ਼ਨ ਦੇ ਵਿੱਚ ਜੋ ਤੇਜ਼ੀ ਲਿਆਂਦੀ ਗਈ ਹੈ, ਉਸ ਤੋਂ ਬਾਅਦ ਇਸ ਚੀਜ਼ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਕਿ ਯਾਤਰਾ ਸੰਬੰਧੀ ਜੋ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਢਿੱਲ ਕਦੋਂ ਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ।
ਮਾਮਲਾ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਘਰ ਦੇ ਵਿੱਚ ਪਾਰਟੀ ਕੀਤੀ ਜਾ ਰਹੀ ਸੀ, ਜਿੱਥੇ ਕਈ ਲੋਕ ਮੌਜੂਦ ਸਨ। ਪੁਲਿਸ ਨੂੰ ਜਦੋਂ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਉਹ ਨੋਵਾ ਸਕੋਸ਼ੀਆ ਦੇ ਉਸ ਘਰ ਪਹੁੰਚੇ, ਪਰ ਉਦੋਂ ਤੱਕ ਸਾਰੀਆਂ ਲਾਈਟਾਂ ਬੁਝਾ ਦਿੱਤੀਆਂ ਗਈਆਂ ਸੀ ਅਤੇ ਆਫੀਸਰਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਪੁਲਿਸ ਵੱਲੋਂ ਇੰਤਜ਼ਾਰ ਕੀਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਦੋਂ ਹੌਲੀ-ਹੌਲੀ ਘਰ ਚੋਂ ਲੋਕ ਨਿਕਲਣ ਲੱਗੇ, ਅਜਿਹਾ ਕਰਨ ਦੇ ਉੱਪਰ ਜਾਣੀ ਕਿ ਜੋ ਕਰੋਨਾ ਵਾਇਰਸ ਦੇ ਨਿਯਮਾਂ ਦਾ ਉਹਨਾਂ ਵੱਲੋਂ ਉਲੰਘਣ ਕੀਤਾ ਗਿਆ, 9 ਜਾਣਿਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਅਤੇ ਭਾਰੀ ਜੁਰਮਾਨਾ ਲਗਾਇਆ ਗਿਆ। ਨੋਵਾ ਸਕੋਸ਼ੀਆ ਦੇ ਇੱਕ ਘਰ ਦੇ ਵਿੱਚ ਵੱਡੀ ਪਾਰਟੀ ਕੀਤੀ ਗਈ, ਜਿਸ ਤੋਂ ਬਾਅਦ ਆਰਸੀਐਮਪੀ ਵੱਲੋਂ 20,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਇਹ ਹਾਊਸ ਪਾਰਟੀ ਕੋਲ ਹਾਰਬਰ, ਨੋਵਾ ਸਕੋਸ਼ੀਆ ਦੇ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਨਿਯਮ ਦਾ ਉਲੰਘਣ ਕਰਨ ਦੇ ਚੱਲਦਿਆਂ $21,978 ਦਾ ਜੁਰਮਾਨਾ ਲਗਾਇਆ ਗਿਆ। ਪੁਲਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ ਘਰ ਦੇ ਵਿੱਚ 30 ਜਾਣੇ ਸ਼ਾਮਲ ਸਨ। ਘਰ ਦੇ ਬਾਹਰ ਤੋਂ ਹੀ ਸਟੋਬ ਲਾਈਟਸ ਨਜ਼ਰ ਆ ਰਹੀਆਂ ਸਨ ਅਤੇ ਮਿਊਜ਼ਿਕ ਵੀ ਉੱਚੀ ਆਵਾਜ਼ ਦੇ ਵਿੱਚ ਸੁਣਾਈ ਦੇ ਰਿਹਾ ਸੀ। ਐਤਵਾਰ 9:35 ਤੇ ਪੁਲਿਸ ਨੂੰ ਇਸ ਪਾਰਟੀ ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਜਦੋਂ ਪੁਲਿਸ ਇਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਘਰ ਦੀਆਂ ਬੱਤੀਆਂ ਨੂੰ ਬੁਝਾ ਦਿੱਤਾ ਗਿਆ ਤੇ ਹਰ ਪਾਸੇ ਸਨਾਟਾ ਨਜ਼ਰ ਆਉਣ ਲੱਗਾ। ਇਸ ਦੌਰਾਨ ਘਰ ਦੇ ਵਿੱਚ ਪੁਲਿਸ ਨੂੰ ਦਾਖਲ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਫਿਰ ਪੁਲਿਸ ਵੱਲੋਂ ਰੁਕ ਕੇ ਇੰਤਜ਼ਾਰ ਕੀਤਾ ਗਿਆ ਤਾਂ ਕਿ ਲੋਕ ਹੌਲੀ-ਹੌਲੀ ਇਸ ਘਰ ਦੇ ਵਿੱਚੋਂ ਬਾਹਰ ਨਿਕਲਣ ਲੱਗਣ। ਆਫੀਸਰਸ ਦੇ ਵੱਲੋਂ 9 ਜਾਣਿਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ। ਹੈਲਥ ਪ੍ਰੋਟੈਕਸ਼ਨ ਐਕਟ ਦਾ ਉਲੰਘਣ ਕਰਨ ਦੇ ਚੱਲਦਿਆਂ ਹਰ ਇੱਕ ਨੂੰ $2,422 ਦਾ ਜੁਰਮਾਨਾ ਲਗਾਇਆ ਗਿਆ। ਆਰਸੀਐਮਪੀ ਵੱਲੋਂ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਪਬਲਿਕ ਹੈਲਥ ਆਰਡਰ ਲਾਗੂ ਕੀਤੇ ਗਏ ਨੇ, ਉਹਨਾਂ ਦੀ ਪਾਲਣਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਇਕੱਠ ਦੇ ਉੱਪਰ ਰੋਕ ਲਗਾਈ ਗਈ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਇਸ ਸੰਬੰਧੀ ਸਖਤੀਆਂ ਕੀਤੀਆਂ ਗਈਆਂ ਨੇ, ਪਰ ਫਿਰ ਵੀ ਕੁਝ ਲੋਕ ਇਸ ਦਾ ਉਲੰਘਣ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਜਦੋਂ ਉਹਨਾਂ ਵੱਲੋਂ ਉਲੰਘਣ ਕੀਤਾ ਜਾਂਦਾ ਹੈ, ਭਾਰੀ ਜੁਰਮਾਨੇ ਉਹਨਾਂ ਨੂੰ ਲਗਾਏ ਜਾ ਰਹੇ ਹਨ। ਕੈਨੇਡਾ ਦੇ ਵਿੱਚ ਗੈਂਗ ਵਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲੌਂਗ ਵੀਕਐਂਡ ਦੇ ਦੌਰਾਨ 3 ਕਤਲ ਦੇ ਮਾਮਲੇ ਸਾਹਮਣੇ ਆਏ। ਕੈਲਗਰੀ, ਕੋਕੁਇਟਲਮ ਅਤੇ ਨਨਾਈਮੋ ਦੇ ਵਿੱਚ ਗੋਲੀਆਂ ਚੱਲੀਆਂ, ਜਿਸ ਦੌਰਾਨ 3 ਜਾਣਿਆਂ ਦੀ ਜਾਨ ਚਲੀ ਗਈ। ਕੈਲਗਰੀ ਦੇ ਵਿੱਚ ਜੋ ਗੋਲੀਬਾਰੀ ਹੋਈ ਹੈ, ਉਸ ਦੌਰਾਨ ਗੁਰਕੀਰਤ ਕਲਕਟ ਦੀ ਮੌਤ ਹੋ ਗਈ, ਜੋ ਕਿ ਜਸਕੀਰਤ ਕਲਕਟ ਦਾ ਭਰਾ ਸੀ। ਪਿਛਲੇ ਦਿਨੀ ਬਰਨਵੀ ਦੇ ਵਿੱਚ ਗੋਲੀਬਾਰੀ ਦੌਰਾਨ ਜਸਕੀਰਤ ਕਲਕਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। 10 ਦਿਨਾਂ ਦੇ ਵਿੱਚ ਦੋਨਾਂ ਭਰਾਵਾਂ ਨੂੰ ਮਾਰ ਦਿੱਤਾ ਗਿਆ ਹੈ। ਕੈਨੇਡਾ ਦੇ ਵਿੱਚ ਗੈਂਗ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਵੀਕਐਂਡ ਦੌਰਾਨ 3 ਕਤਲ ਦੇ ਮਾਮਲੇ ਸਾਹਮਣੇ ਆਏ। ਜੀ ਹਾਂ, ਵੀਕਐਂਡ ਮੌਕੇ ਨਨਾਈਮੋ, ਕੋਕੁਇਟਲਮ ਅਤੇ ਕੈਲਗਰੀ ਦੇ ਵਿੱਚ ਗੋਲੀਆਂ ਚੱਲੀਆਂ ਹਨ। ਕੈਲਗਰੀ ਦੇ ਵਿੱਚ ਗੋਲੀਆਂ ਚੱਲਣ ਦੇ 1 ਘੰਟੇ ਬਾਅਦ ਹੀ ਕੋਕੁਇਟਲਮ ਤੋਂ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ। ਮੈਟਰੋ ਵੈਨਕੂਵਰ ਦੀ ਇਹ ਗੈਂਗ ਵਾਰ ਹੁਣ ਵੈਨਕੂਵਰ ਆਈਲੈਂਡ ਤੱਕ ਫੈਲ ਚੁੱਕੀ ਹੈ। ਕੈਲਗਰੀ ਦੇ ਵਿੱਚ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ, ਉਸ ਦੀ ਪਹਿਚਾਣ ਗੁਰਕੀਰਤ ਕਲਕਟ ਦੇ ਤੌਰ ਦੇ ਉੱਪਰ ਹੋਈ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਬਰਨਵੀ ਦੇ ਵਿੱਚ ਗੁਰਕੀਰਤ ਕਲਕਟ ਦੇ ਭਰਾ ਜਸਕੀਰਤ ਕਲਕਟ ਦਾ ਵੀ ਕਤਲ ਕੀਤਾ ਜਾ ਚੁੱਕਿਆ ਹੈ। ਇਹ ਵਾਰਦਾਤ 13 ਮਈ ਨੂੰ ਸਾਹਮਣੇ ਆਈ ਸੀ। ਜਸਕੀਰਤ ਕਲਕਟ ਬ੍ਰਦਰ ਕੀਪਰਸ ਗੈਂਗ ਦੇ ਨਾਲ ਸੰਬੰਧਿਤ ਸੀ। 10 ਦਿਨਾਂ ਦੇ ਵਿੱਚ ਹੀ ਦੋਨਾਂ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ, ਜੋ ਕਿ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹਨ। ਕੋਰਟ ਦੇ ਰਿਕਾਰਡ ਦੇ ਮੁਤਾਬਕ ਪਤਾ ਚੱਲਿਆ ਹੈ ਕਿ ਗੁਰਕੀਰਤ ਕਲਕਟ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਚੁੱਕਿਆ ਹੈ। ਉਸ ਨੂੰ ਹਥਿਆਰ ਅਤੇ ਨਸ਼ੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਹੋ ਚੁੱਕੀ ਹੈ। ਨਨਾਈਮੋ ਤੋਂ ਜੋ ਵਾਰਦਾਤ ਸਾਹਮਣੇ ਆਈ, ਉਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ ਰੈੱਡ ਸਕਾਰਪੀਅਨ ਕੰਗ ਗਰੁੱਪ ਦੇ ਯਾਸਿਨ ਖਾਨ ਦੀ ਵਜੋਂ ਹੋਈ ਹੈ। ਇਸ ਘਟਨਾ ਦੇ ਵਿੱਚ ਆਰਸੀਐਮਪੀ ਵੱਲੋਂ ਕਈ ਜਾਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਕੋਕੁਇਟਲਮ ਤੋਂ ਜੋ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ, ਉਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਰਨ ਵਾਲੇ ਵਿਅਕਤੀ ਦੀ ਜਾਣਕਾਰੀ ਆਈਹਿਟ ਵੱਲੋਂ ਅਜੇ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵੱਲੋਂ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਦੇ ਵਾਸਤੇ ਉਹਨਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈ। 1877551448 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਸਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਦੇ ਉੱਪਰ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਇਸ ਦੌਰਾਨ ਉਹ ਜ਼ਖਮੀ ਪਾਇਆ ਗਿਆ। ਹਸਪਤਾਲ ਦੇ ਵਿੱਚ ਫਿਲਹਾਲ ਉਸ ਨੂੰ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ 2 ਵਿਅਕਤੀਆਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ। ਘਟਨਾ ਵਾਲੀ ਥਾਂ ਦੇ ਉੱਪਰ ਪੁਲਿਸ ਜਦੋਂ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਚਾਕੂ ਲੱਗਿਆ ਹੋਇਆ ਸੀ। ਫਿਰ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਹਾਲਤ ਇਸ ਵਿਅਕਤੀ ਦੀ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ।
ਜਿਸ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਹੈਲਥ ਸਰਵਿਸਿਜ਼ ਨੂੰ 64 ਐਵੀਨਿਊ ਅਤੇ 152 ਸਟਰੀਟ ਏਰੀਆ ਦੇ ਵਿੱਚ ਬੁਲਾਇਆ ਗਿਆ ਸੀ। ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਸਵੇਰੇ 10 ਵਜੇ ਦੇ ਕਰੀਬ ਜਾਣਕਾਰੀ ਮਿਲੀ। ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਆਫੀਸਰਸ ਨੂੰ 152 ਸਟਰੀਟ ਦੇ 400 ਬਲਾਕ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇੱਥੇ ਦੋ ਵਿਅਕਤੀਆਂ ਦੇ ਵਿਚਕਾਰ ਝਗੜਾ ਹੋ ਗਿਆ ਹੈ। ਇੱਕ ਵਿਅਕਤੀ ਨੂੰ ਉਸ ਦੀ ਬਾਹ ਦੇ ਵਿੱਚ ਚਾਕੂ ਲੱਗਾ, ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਟ੍ਰੀਟਮੈਂਟ ਦੇ ਵਾਸਤੇ ਹਸਪਤਾਲ ਲੈ ਕੇ ਜਾਇਆ ਗਿਆ। ਇਹ ਸਾਰੀ ਜਾਣਕਾਰੀ ਸਰੀ RCMP ਵੱਲੋਂ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦੋਨੋਂ ਵਿਅਕਤੀ ਇੱਕ ਦੂਸਰੇ ਨੂੰ ਜਾਣਦੇ ਸਨ। ਨਾਲ ਹੀ ਉਹਨਾਂ ਵੱਲੋਂ ਇਹ ਵੀ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਗਿਆ ਕਿ ਇਹ ਮਾਮਲਾ ਗੈਂਗ ਵਾਰ ਦੇ ਨਾਲ ਸੰਬੰਧਿਤ ਨਹੀਂ ਹੈ। RCMP ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ 6045990502 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਕਿ ਉਹਨਾਂ ਨੂੰ ਜਾਂਚ ਦੇ ਵਿੱਚ ਮਦਦ ਮਿਲੇ। ਐਸਟ੍ਰਾਜੈਨੇਕਾ ਟੀਕੇ ਦੇ ਬਾਰੇ ਵਿੱਚ ਕੈਨੇਡਾ ਅੰਦਰ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਗਿਆ, ਉਹਨਾਂ ਨੂੰ ਕਿਸੇ ਹੋਰ ਵੈਕਸੀਨ ਦਾ ਦੂਸਰਾ ਸ਼ਾਟ ਲਗਾਇਆ ਜਾ ਸਕਦਾ ਹੈ। NACI ਵੱਲੋਂ ਨਵੀਆਂ ਰეკਮੈਂਡੇਸ਼ਨ ਜਾਰੀ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਜੋ ਵੈਕਸੀਨ ਦਾ ਡੋਜ਼ ਪਹਿਲਾਂ ਲਗਾਇਆ ਗਿਆ, ਉਹੀ ਟੀਕੇ ਦਾ ਸੈਕੰਡ ਸ਼ਾਟ ਜਾਣੀ ਕਿ ਦੂਸਰਾ ਡੋਜ਼ ਲਗਾਉਣਾ ਹੋਵੇਗਾ। ਕੈਨੇਡਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਸੀ, ਜਿੱਥੇ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਗਿਆ, ਉਹਨਾਂ ਨੂੰ ਕਿਸੇ ਹੋਰ ਵੈਕਸੀਨ ਦਾ ਦੂਸਰਾ ਡੋਜ਼ ਦਿੱਤਾ ਜਾਵੇਗਾ। ਜਾਣੀ ਕਿ ਕੈਨੇਡਾ ਦੇ ਵਿੱਚ ਵੈਕਸੀਨ ਨੂੰ ਮਿਕਸ ਕਰਕੇ ਲਗਾਉਣ ਦੀ ਗੱਲ ਕਹੀ ਜਾ ਰਹੀ ਸੀ। ਇਸ ਦੇ ਉੱਪਰ NACI ਵੱਲੋਂ ਆਪਣੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਦੂਸਰਾ ਡੋਜ਼ ਵੀ ਉਸੇ ਟੀਕੇ ਦਾ ਦਿੱਤਾ ਜਾਵੇ ਜਿਸ ਦਾ ਪਹਿਲਾ ਸ਼ਾਟ ਲਗਾਇਆ ਗਿਆ ਹੈ। ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ, ਇਸ ਦੇ ਬਾਰੇ ਵਿੱਚ ਉਹਨਾਂ ਨੇ ਜਾਣੀ ਕਿ ਵੈਕਸੀਨੇਸ਼ਨ ਦੇ ਬਾਰੇ ਵਿੱਚ ਸਾਰੀ ਗੱਲ ਸਪਸ਼ਟ ਕੀਤੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਦੇ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦੇ ਵਰਤੋਂ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾਈ ਗਈ ਹੈ। ਪੈਨਲ ਦਾ ਕਹਿਣਾ ਹੈ ਕਿ ਜਿਸ ਵੈਕਸੀਨ ਦੀ ਵਰਤੋਂ ਪਹਿਲੇ ਡੋਜ਼ ਲਈ ਕੀਤੀ ਗਈ, ਜੇਕਰ ਉਹ ਅਵੇਲੇਬਲ ਜਾਣੀ ਕਿ ਮੌਜੂਦ ਨਹੀਂ ਹੈ ਤਾਂ ਵਿਅਕਤੀ ਸੈਕੰਡ ਡੋਜ਼ ਸਿਮਿਲਰ ਵੈਕਸੀਨ ਦਾ ਲਗਵਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਉਸ ਵੱਲੋਂ mRNA ਵੈਕਸੀਨ ਲਗਾਇਆ ਜਾ ਸਕਦਾ ਹੈ। ਜਿਹੜੇ ਕੈਨੇਡੀਅਨਸ ਦੇ ਮਨਾਂ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਜੁੜੇ ਹੋਏ ਸਵਾਲ ਸੀ, ਉਸ ਦਾ ਜਵਾਬ ਉਹਨਾਂ ਨੂੰ NACI ਦੀ ਇਸ ਰეკਮੈਂਡੇਸ਼ਨ ਤੋਂ ਬਾਅਦ ਮਿਲ ਚੁੱਕਿਆ ਹੈ। ਜਾਣੀ ਕਿ ਬਹੁਤੇਤਰ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲ ਚੁੱਕੇ ਹਨ। ਕੈਨੇਡਾ ਨੂੰ ਇਸ ਹਫ਼ਤੇ ਕਿੰਨੀ ਵੈਕਸੀਨ ਮਿਲਣ ਵਾਲੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਵਾਰ ਫਾਈਜ਼ਰ ਵੱਲੋਂ ਘੱਟ ਸ਼ਾਟ ਭੇਜੇ ਜਾਣਗੇ, ਜਾਣੀ ਕਿ ਇਸ ਹਫ਼ਤੇ ਕੈਨੇਡਾ ਨੂੰ ਫਾਈਜ਼ਰ ਦੇ 6 ਲੱਖ ਡੋਜ਼ ਹੀ ਪ੍ਰਾਪਤ ਹੋਣਗੇ। ਇਸ ਹਫ਼ਤੇ ਕੈਨੇਡਾ ਨੂੰ ਫਾਈਜ਼ਰ ਦੇ 6 ਲੱਖ ਡੋਜ਼ਸ ਹੀ ਮਿਲਣਗੇ। ਇਸ ਹਫ਼ਤੇ ਕੈਨੇਡਾ ਨੂੰ ਦੋ ਫਾਰਮਾਸਿਊਟੀਕਲ ਫਰਮਸ ਦੇ ਵੱਲੋਂ 2 ਮਿਲੀਅਨ ਸ਼ਾਟਸ ਭੇਜੇ ਜਾਣੇ ਸੀ, ਪਰ ਕੈਨੇਡਾ ਨੂੰ 1.4 ਮਿਲੀਅਨ ਡੋਜ਼ ਹੀ ਮਿਲਣਗੇ। ਲਗਾਤਾਰ ਫਾਈਜ਼ਰ ਅਤੇ ਮੋਡਰਨਾ ਵੱਲੋਂ ਕੈਨੇਡਾ ਨੂੰ ਵੈਕਸੀਨ ਦੀ ਸ਼ਿਪਮੈਂਟ ਭੇਜੀ ਜਾ ਰਹੀ ਹੈ। ਉਹਨਾਂ ਵੱਲੋਂ ਹਫ਼ਤੇ ਦੇ ਵਿੱਚ 2.4 ਮਿਲੀਅਨ ਡੋਜ਼ਸ ਭੇਜਣ ਦੇ ਬਾਰੇ ਵਿੱਚ ਕਿਹਾ ਗਿਆ ਸੀ। ਫੈਡਰਲ ਸਰਕਾਰ ਨੂੰ ਉਮੀਦ ਹੈ ਕਿ ਮੋਡਰਨਾ ਵੈਕਸੀਨ ਦੀਆਂ ਮਈ ਆਖਿਰ ਤੱਕ ਜ਼ਿਆਦਾ ਡੋਜ਼ਸ ਮਿਲਣਗੀਆਂ, ਪਰ ਆਫੀਸ਼ੀਅਲਸ ਦੇ ਵੱਲੋਂ ਇਸ ਦੇ ਬਾਰੇ ਵਿੱਚ ਪੁਸ਼ਟੀ ਨਹੀਂ ਕੀਤੀ ਗਈ। ਜੂਨ ਆਖਿਰ ਤੱਕ ਐਸਟ੍ਰਾਜੈਨੇਕਾ ਵੱਲੋਂ 1 ਮਿਲੀਅਨ ਡੋਜ਼ ਦੀ ਡਿਲੀਵਰੀ ਕੀਤੀ ਜਾਣੀ ਹੈ। ਇਸ ਦੇ ਉੱਪਰ ਵੀ ਵਿਚਾਰ ਜਾਣੀ ਕਿ ਡਿਸਕਸ਼ਨ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੈਲਥ ਕੈਨੇਡਾ ਵੱਲੋਂ ਜੌਨਸਨ ਟੀਕੇ ਦੀਆਂ 3 ਲੱਖ ਡੋਜ਼ ਨੂੰ ਰਿਵਿਊ ਕੀਤਾ ਜਾ ਰਿਹਾ ਹੈ, ਜਿਸ ਦੀ ਇਸਤੇਮਾਲ ਜਾਣੀ ਕਿ ਵਰਤੋਂ ਅਜੇ ਸ਼ੁਰੂ ਨਹੀਂ ਕੀਤੀ ਗਈ। ਕੈਨੇਡੀਅਨ ਆਫੀਸ਼ੀਅਲਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਦੇ ਵਿੱਚ ਅੱਧੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਗਿਆ ਹੈ ਤੇ ਵੈਕਸੀਨੇਸ਼ਨ ਦੇ ਵਿੱਚ ਤੇਜ਼ੀ ਵੀ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਇਸ ਹਫ਼ਤੇ ਦੀ ਇਹੀ ਅਪਡੇਟ ਹੈ ਕਿ ਕੈਨੇਡਾ ਨੂੰ ਫਾਈਜ਼ਰ ਵੱਲੋਂ 6 ਲੱਖ ਡੋਜ਼ਸ ਹੀ ਭੇਜੀਆਂ ਜਾਣਗੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ। ਨਾਨ ਐਸੈਂਸ਼ੀਅਲ ਟਰੈਵਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸੇ ਦੇ ਕਾਰਨ ਵੱਖ-ਵੱਖ ਥਾਵਾਂ ਦੇ ਉੱਪਰ ਨਾਕੇ ਲਗਾਏ ਗਏ ਨੇ। ਇਹਨਾਂ ਚੈੱਕ ਪੁਆਇੰਟਸ ਦੇ ਉੱਪਰ ਵੀਕਐਂਡ ਦੇ ਦੌਰਾਨ 100 ਵਾਹਨਾਂ ਨੂੰ ਵਾਪਸ ਮੋੜਿਆ ਗਿਆ ਅਤੇ 2 ਜਾਣਿਆਂ ਨੂੰ ਅਜਿਹਾ ਕਰਨ ਦੇ ਉੱਪਰ ਜਾਣੀ ਕਿ ਉਲੰਘਣ ਕਰਨ ਦੇ ਉੱਪਰ ਜੁਰਮਾਨਾ ਵੀ ਲਗਾਇਆ ਗਿਆ। ਵੀਕਐਂਡ ਚੈੱਕ ਪੁਆਇੰਟਸ ਦੇ ਉੱਪਰ ਬ੍ਰਿਟਿਸ਼ ਕੋਲੰਬੀਆ RCMP ਵੱਲੋਂ 103 ਵਾਹਨਾਂ ਨੂੰ ਵਾਪਸ ਮੋੜਿਆ ਗਿਆ ਅਤੇ 2 ਨੂੰ ਜੁਰਮਾਨੇ ਲਗਾਏ ਗਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਨਾਨ ਐਸੈਂਸ਼ੀਅਲ ਜਾਣੀ ਕਿ ਗੈਰ ਜ਼ਰੂਰੀ ਆਵਾਜਾਈ ਦੇ ਉੱਪਰ ਰੋਕ ਲਗਾਈ ਗਈ ਹੈ।
ਨਾਨ ਐਸੈਂਸ਼ੀਅਲ ਟਰੈਵਲ ਦਾ ਉਲੰਘਣ ਕਰਨ ਦੇ ਉੱਪਰ ਬ੍ਰਿਟਿਸ਼ ਕੋਲੰਬੀਆ RCMP ਵੱਲੋਂ 100 ਤੋਂ ਵੱਧ ਵਾਹਨਾਂ ਨੂੰ ਵਾਪਸ ਮੋੜਿਆ ਗਿਆ ਅਤੇ 2 ਨੂੰ ਫਾਈਨ ਜਾਣੀ ਕਿ ਜੁਰਮਾਨਾ ਲਗਾਇਆ ਗਿਆ। ਬ੍ਰਿਟਿਸ਼ ਕੋਲੰਬੀਆ RCMP ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸ਼ਾਮ 3799 ਵਾਹਨ ਚੈੱਕ ਪੁਆਇੰਟਸ ਤੋਂ ਗੁਜ਼ਰੇ, ਜੋ ਕਿ 4 ਹਾਈਵੇਜ਼ ਦੇ ਉੱਪਰ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 103 ਵਾਹਨਾਂ ਨੂੰ ਵਾਪਸ ਮੋੜਿਆ ਗਿਆ। ਪੁਲਿਸ ਵੱਲੋਂ ਹਾਈਵੇ 99, ਹਾਈਵੇ 3 ਅਤੇ ਹਾਈਵੇ 5 ਦੇ ਉੱਪਰ ਵਾਹਨਾਂ ਨੂੰ ਰੋਕਿਆ ਜਾ ਰਿਹਾ ਸੀ। 2 ਡਰਾਈਵਰਾਂ ਨੂੰ ਸੈਕਸ਼ਨ 4 ਅਤੇ ਟਰੈਵਲ ਰਿਸਟ੍ਰਿਕਸ਼ਨ ਆਰਡਰ ਨੰਬਰ 2 ਦੇ ਉਲੰਘਣ ਦੇ ਕਰਕੇ ਚਾਰਜ ਕੀਤਾ ਗਿਆ। ਅਜਿਹਾ ਕਰਨ ਦੇ ਉੱਪਰ ਉਹਨਾਂ ਨੂੰ $230 ਦਾ ਜੁਰਮਾਨਾ ਲਗਾਇਆ ਗਿਆ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾਨ ਐਸੈਂਸ਼ੀਅਲ ਟਰੈਵਲ ਨੂੰ ਰੋਕਣ ਦੇ ਵਾਸਤੇ 3 ਜ਼ੋਨ ਦੇ ਵਿੱਚ ਨਾਕੇ ਲਗਾਏ ਗਏ ਨੇ। ਲੋਅਰ ਮੇਨਲੈਂਡ, ਵੈਨਕੂਵਰ ਆਈਲੈਂਡ ਅਤੇ ਇੰਟੀਰੀਅਰ ਐਂਡ ਨਾਰਥ ਦੇ ਵਿੱਚ ਚੈੱਕ ਪੁਆਇੰਟਸ ਲਗਾਏ ਗਏ। ਇੱਥੇ ਆਉਣ ਵਾਲੇ ਹਰ ਵਾਹਨ ਤੋਂ ਕੁਝ ਸਵਾਲ ਪੁੱਛੇ ਜਾਂਦੇ ਨੇ। ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਯਾਤਰਾ ਕਿਉਂ ਕਰ ਰਹੇ ਨੇ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਇਹ ਪਾਬੰਦੀਆਂ ਲਗਾਈਆਂ ਗਈਆਂ ਸੀ, ਇਹ ਪਾਬੰਦੀਆਂ ਮੰਗਲਵਾਰ ਨੂੰ ਖਤਮ ਹੋ ਜਾਣਗੀਆਂ। ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਇਆ, ਜਿੱਥੇ ਟਿਕਟੌਕ ਦੇ ਉੱਪਰ ਇੱਕ ਬਰਥਡੇ ਪਾਰਟੀ ਦਾ ਸੱਦਾ ਵਾਇਰਲ ਹੋ ਗਿਆ, ਜਿੱਥੇ ਇੱਕ ਵਿਅਕਤੀ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਇਸ ਜਨਮ ਦਿਨ ਦੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋਣ। ਬੀਚ ਦੇ ਉੱਪਰ ਵੱਡੀ ਗਿਣਤੀ ਲੋਕ ਪਹੁੰਚੇ। ਪੁਲਿਸ ਨੇ ਇਸ ਮਾਮਲੇ ਦੇ ਤਹਿਤ 150 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਇਸ ਸੰਬੰਧੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਟਿਕਟੌਕ ਦੇ ਉੱਪਰ ਇੱਕ ਬਰਥਡੇ ਪਾਰਟੀ ਦਾ ਇਨਵੀਟੇਸ਼ਨ ਕਾਫੀ ਵਾਇਰਲ ਹੋਇਆ, ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕ ਸਦਰਨ ਕੈਲੀਫੋਰਨੀਆ ਬੀਚ ਦੇ ਉੱਪਰ ਇਕੱਠੇ ਹੋਏ। ਇਹ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਵੱਲੋਂ 150 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਟਿਕਟੌਕ ਦੇ ਉੱਪਰ ਇੱਕ ਪ੍ਰਸਿੱਧ ਯੂਜ਼ਰ ਜਿਸ ਦਾ ਨਾਮ ਐਡਰੀਅਨ ਲੌਪਸ 517 ਹੈ, ਉਸ ਦੇ ਵੱਲੋਂ ਬਰਥਡੇ ਪਾਰਟੀ ਦੇ ਵਾਸਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਟਿਕਟੌਕ ਦੇ ਉੱਪਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ ਲੋਕ ਇਸ ਬਰਥਡੇ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਟਵਿੱਟਰ ਦੇ ਉੱਪਰ ਐਂਟਰੀਅਨਸ ਕਿਕ ਬੈਕ ਹੈਸ਼ਟੈਗ ਨੂੰ 180 ਮਿਲੀਅਨ ਵਿਊ ਹੋ ਚੁੱਕੇ ਹਨ। ਕੋਵਿਡ ਦੇ ਦੌਰਾਨ ਵੱਡੀ ਗਿਣਤੀ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਪੁਲਿਸ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਦੌਰਾਨ ਪਹੁੰਚਣ ਵਾਲੇ ਲੋਕਾਂ ਵੱਲੋਂ ਪਟਾਕੇ ਵੀ ਚਲਾਏ ਗਏ। ਇਸ ਮਾਮਲੇ ਤੋਂ ਬਾਅਦ ਹੰਟਿੰਗਟਨ ਬੀਚ ਪੁਲਿਸ ਡਿਪਾਰਟਮੈਂਟ ਵੱਲੋਂ ਟਵਿੱਟਰ ਦੇ ਉੱਪਰ ਇੱਕ ਟਵੀਟ ਕੀਤਾ ਗਿਆ। ਅੰਦਾਜ਼ਨ ਇਸ ਪਾਰਟੀ ਦੇ ਵਿੱਚ 2500 ਦੇ ਕਰੀਬ ਲੋਕਾਂ ਦਾ ਇਕੱਠ ਸੀ। ਪੁਲਿਸ ਵੱਲੋਂ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਓਵਰਨਾਈਟ ਕਰਫਿਊ ਲਗਾਇਆ ਗਿਆ ਅਤੇ ਭੀੜ ਨੂੰ ਇੱਥੋਂ ਜਾਣ ਦੇ ਵਾਸਤੇ ਕਿਹਾ ਗਿਆ। ਇਸ ਮਾਮਲੇ ਦੀ ਇੱਕ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ, ਜਿੱਥੇ ਦੇਖਿਆ ਜਾ ਸਕਦਾ ਹੈ ਕਿ ਆਫੀਸਰਸ ਦੇ ਵੱਲੋਂ ਹੈਲਮਟ ਪਾ ਕੇ ਭੀੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹ ਭੀੜ ਦੇ ਉੱਪਰ ਕਾਬੂ ਪਾਉਂਦੇ ਨਜ਼ਰ ਆਏ। ਭੀੜ ਦੇ ਵਿੱਚੋਂ ਕਈ ਲੋਕਾਂ ਵੱਲੋਂ ਪੁਲਿਸ ਦੇ ਉੱਪਰ ਬੋਤਲਾਂ, ਪੱਥਰ ਅਤੇ ਫਾਇਰ ਵਰਕਸ ਸਿੱਟੇ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਅਜੇ ਵੀ ਵੱਡੇ ਇਕੱਠ ਦੇ ਉੱਪਰ ਰੋਕ ਲਗਾਈ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਕੈਲੀਫੋਰਨੀਆ ਬੀਚ ਪਾਰਟੀ ਦੇ ਦੌਰਾਨ 150 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੈਨੇਡਾ ਦੇ ਵਿੱਚ ਅੱਧੀ ਆਬਾਦੀ ਨੂੰ ਕੋਵਿਡ-19 ਵੈਕਸੀਨ ਸ਼ਾਟ ਲੱਗ ਚੁੱਕਿਆ ਹੈ, ਜਿਸ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਵੀ ਵੈਕਸੀਨ ਲਗਾਏ ਜਾਣਗੇ। ਵੱਖ-ਵੱਖ ਸੂਬਿਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ 12 ਤੋਂ 17 ਸਾਲ ਵਾਲਿਆਂ ਦੇ ਲਈ ਵੀ ਅਪਾਇੰਟਮੈਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਕਈ ਸੂਬਿਆਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ੁਰੂਆਤ ਕੀਤੀ ਜਾਵੇਗੀ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੁਣ ਨੌਜਵਾਨਾਂ ਨੂੰ ਵੈਕਸੀਨ ਲਗਾਏ ਜਾਣਗੇ। ਕੈਨੇਡਾ ਦੇ ਵਿੱਚ ਅੱਧੀ ਆਬਾਦੀ ਨੂੰ ਕੋਵਿਡ-19 ਵੈਕਸੀਨ ਸ਼ਾਟ ਲੱਗਣ ਤੋਂ ਬਾਅਦ ਹੁਣ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਵੈਕਸੀਨੇਸ਼ਨ ਰੋਲ ਆਊਟ ਦੇ ਵਿੱਚ ਯੰਗਰ ਏਜ ਗਰੁੱਪ ਜਾਣੀ ਕਿ ਨੌਜਵਾਨ ਉਮਰ ਵਰਗ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ontario ਦੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਵਾਸਤੇ ਬੁਕਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ontario ਦੇ ਵਿੱਚ ਐਲੀਜੀਬਲ ਆਨਲਾਈਨ ਜਾਂ ਫਿਰ ਕਾਲ ਸੈਂਟਰ ਦੇ ਰਾਹੀਂ ਆਪਣੀ ਬੁਕਿੰਗ ਕਰਵਾ ਸਕਦੇ ਨੇ। ਕਿਊਬੈਕ ਦੇ ਵਿੱਚ ਵੀ 12 ਤੋਂ 17 ਸਾਲ ਦੀ ਉਮਰ ਵਰਗ ਨੂੰ ਵੈਕਸੀਨ ਰੋਲ ਆਊਟ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਸ ਤੋਂ ਬਾਅਦ ਮੌਂਟਰੀਅਲ ਦੇ ਵੈਕਸੀਨ ਸੈਂਟਰ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਪ੍ਰੋਵਿੰਸ ਦੇ ਵਿੱਚ 12 ਸਾਲ ਤੋਂ 17 ਸਾਲ ਵਾਲਿਆਂ ਦੇ ਲਈ ਬੁਕਿੰਗ ਦੀ ਸ਼ੁਰੂਆਤ ਮੰਗਲਵਾਰ ਤੋਂ ਕੀਤੀ ਜਾ ਰਹੀ ਹੈ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਵੱਲੋਂ ਟਵਿੱਟਰ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਕਿ 2.5 ਮਿਲੀਅਨ ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲੱਗ ਚੁੱਕਿਆ ਹੈ, ਜੋ ਕਿ ਉਹਨਾਂ ਵੱਲੋਂ ਮਈ 9 ਤੋਂ ਮਈ 15 ਦੇ ਵਿਚਕਾਰ ਲਗਾਇਆ ਗਿਆ। 19 ਮਿਲੀਅਨ ਕੈਨੇਡੀਅਨਸ ਤੋਂ ਵੱਧ ਜਾਣੀ ਕਿ ਅੱਧੀ ਆਬਾਦੀ ਨੂੰ ਕੋਵਿਡ-19 ਵੈਕਸੀਨ ਸ਼ਾਟ ਲੱਗ ਚੁੱਕਿਆ ਹੈ। 5% ਅਜਿਹੇ ਹਨ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਾਏ ਜਾ ਚੁੱਕੇ ਨੇ।
ਸਸਕੈਚੁਆਨ ਦੀ ਹੈਲਥ ਅਥਾਰਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਦੀ ਉਮਰ 80 ਸਾਲ ਅਤੇ ਇਸ ਤੋਂ ਵੱਧ ਹੈ ਉਹ ਆਪਣੀ ਵੈਕਸੀਨ ਦੀ ਦੂਸਰੀ ਡੋਜ਼ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਨੇ। ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਸੂਬੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਲੌਂਗ ਵੀਕਐਂਡ ਦੇ ਚੱਲਦਿਆਂ ਓਨਟਾਰੀਓ ਵੱਲੋਂ ਅੱਜ ਦੇ ਕਰੋਨਾ ਵਾਇਰਸ ਦੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਕਿਊਬੈਕ ਦੇ ਵਿੱਚ ਕਾਫੀ ਲੰਬੇ ਸਮੇਂ ਬਾਅਦ 500 ਤੋਂ ਘੱਟ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕਰੋਨਾ ਵਾਇਰਸ ਦੇ ਹਾਲਾਤ। ਕਿਊਬੈਕ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਅਦ 500 ਤੋਂ ਘੱਟ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ ਕਿਊਬੈਕ ਦੇ ਵਿੱਚ 433 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 11 ਜਾਣਿਆਂ ਦੀ ਜਾਨ ਵਾਇਰਸ ਦੇ ਕਾਰਨ ਚਲੀ ਗਈ। ਹੁਣ ਤੱਕ ਕਿਊਬੈਕ ਦੇ ਵਿੱਚ 3,67,809 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 11,095 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 424 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 102 ਇੰਟੈਂਸਿਵ ਕੇਅਰ ਅਧੀਨ ਹਨ। ਲੌਂਗ ਵੀਕਐਂਡ ਦੇ ਚੱਲਦਿਆਂ ਓਨਟਾਰੀਓ ਵੱਲੋਂ ਅੱਜ ਦੀ ਕਰੋਨਾ ਵਾਇਰਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਐਤਵਾਰ ਨੂੰ 1,691 ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਹੀ ਟੋਰਾਂਟੋ ਤੋਂ 455, ਪੀਲ ਰੀਜਨ ਤੋਂ 326, ਯਾਰਕ ਰੀਜਨ ਤੋਂ 173 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਮੈਨੀਟੋਬਾ ਦੇ 4 ਹੋਰ ICU ਮਰੀਜ਼ਾਂ ਨੂੰ ਓਨਟਾਰੀਓ ਦੇ ਵਿੱਚ ਮੂਵ ਕੀਤਾ ਗਿਆ ਹੈ। ਪ੍ਰੋਵਿੰਸ ਦੇ ਵਿੱਚ 353 ਕਰੋਨਾ ਦੇ ਮਾਮਲੇ ਸਾਹਮਣੇ ਆਏ। 318 ਦੇ ਕਰੀਬ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਹੈ। 74 ਲੋਕ ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 13.6 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,246 ਦੇ ਕਰੀਬ ਹੁਣ ਤੱਕ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 12.8 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕਾਮਾਗਾਟਾ ਮਾਰੂ ਘਟਨਾ ਦੇ ਬਾਰੇ ਵਿੱਚ ਟਰੂਡੋ ਦਾ ਟਵੀਟ, ਕਿਹਾ ਭਵਿੱਖ ਦੇ ਵਿੱਚ ਨਹੀਂ ਹੋਵੇਗੀ ਨਾ ਇਨਸਾਫੀ। ਕੈਨੇਡਾ ਦੇ ਵਿੱਚ ਕਦੋਂ ਆ ਸਕਦੇ ਹਨ ਯਾਤਰੀ? ਕੈਨੇਡਾ ਵੱਲੋਂ ਯਾਤਰੀਆਂ ਨੂੰ ਇਜਾਜ਼ਤ ਦੇ ਉੱਪਰ ਹੋ ਰਹੀ ਵਿਚਾਰ। ਨੋਵਾ ਸਕੋਸ਼ੀਆ ਦੇ ਘਰ ਦੇ ਵਿੱਚ ਹੋਈ ਪਾਰਟੀ, ਪੁਲਿਸ ਨੇ 20,000 ਤੋਂ ਵੱਧ ਦੇ ਲਗਾਏ ਜੁਰਮਾਨੇ। ਕੈਨੇਡਾ ਦੇ ਵਿੱਚ ਨਹੀਂ ਰੁਕ ਰਹੀ ਗੈਂਗ ਵਾਰ, ਲਗਾਤਾਰ ਹੋਏ 3 ਕਤਲ। ਸਰੀ 'ਚ ਵਿਅਕਤੀ ਤੇ ਚਾਕੂ ਨਾਲ ਹਮਲਾ, ਵਿਅਕਤੀ ਦੀ ਹਾਲਤ ਦੱਸੀ ਜਾ ਰਹੀ ਗੰਭੀਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।